ਮਨੁੱਖੀ ਜੀਵਨ ਲਈ ਊਰਜਾ ਦੀ ਲੋੜ ਉਸ ਦੀ ਉਤਪਤੀ ਤੋਂ ਬਣੀ ਹੋਈ ਹੈ। ਅੱਜ ਊਰਜਾ ਦੇ ਵੱਖ-ਵੱਖ ਸਰੋਤ ਨੇ, ਜਿਨ੍ਹਾਂ ਵਿੱਚੋਂ ਕੋਲਾ ਤੇ ਪੈਟਰੋਲ ਆਧਾਰਿਤ ਬਾਲਣ ਅਹਿਮ ਹੈ। ਪਰ ਇਹਨਾਂ ਦੇ ਨਾਲ ਵਾਤਾਵਰਣ ਨੂੰ ਕਾਫੀ ਖਤਰੇ ਪੈਦਾ ਹੋ ਰਹੇ ਨੇ ਤੇ ਅੱਜ-ਕੱਲ ਇਸ ਦੇ ਬਦਲਦੇ ਤੌਰ ਤੇ ਗ੍ਰੀਨ ਐਨਰਜੀ ਜਾਂ ਫਿਰ ਕਲੀਨ ਐਨਰਜੀ ਦੀ ਵਰਤੋਂ ਤੇ ਸ਼ੋਧ ਦਾ ਕੰਮ ਪੂਰੀ ਦੁਨੀਆ ਵਿੱਚ ਚੱਲ ਰਿਹਾ ਹੈ। ਕਲੀਨ ਐਨਰਜੀ ਕੀ ਹੈ, ਇਸ ਬਾਰੇ ਆਓ ਸੁਣਦੇ ਹਾਂ ਹਰਜਿੰਦਰ ਗੋਗਨਾ ਹੋਰਾਂ ਦੀ ਵਾਰਤਾ। ਦੋਸਤੋ, ਦੁਨੀਆ ਦਾ ਹਰ ਜੀਵ ਅਤੇ ਮਸ਼ੀਨ ਊਰਜਾ ਦੇ ਕਿਸੇ ਨਾ ਕਿਸੇ ਰੂਪ ਜਾਂ ਊਰਜਾ ਦੇ ਰੂਪਾਂਤਰਣ ਕਾਰਨ ਕਾਰਜ ਕਰਨ ਵਿੱਚ ਸਮਰੱਥ ਹੁੰਦਾ ਹੈ। ਵਰਤਮਾਨ ਦੌਰ ਵਿੱਚ ਊਰਜਾ ਦੇ ਸਾਧਨਾਂ ਦੇ ਉਪਯੋਗ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੇ ਸਾਡਾ ਧਿਆਨ ਸਵੱਛ ਊਰਜਾ 'ਤੇ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ ਹੈ। ਸੋ ਅੱਜ ਅਸੀਂ ਇਸ ਰੇਡੀਓ ਲੈਕਚਰ ਰਾਹੀਂ ਸਵੱਛ ਊਰਜਾ ਵਿਸ਼ੇ ਪ੍ਰਤੀ ਚਿੰਤਨ ਅਤੇ ਮੰਥਨ 'ਤੇ ਹੀ ਗੱਲ ਕਰਾਂਗੇ। ਦੋਸਤੋ, ਹਰ ਕਾਰਜ ਦਾ ਆਧਾਰ ਊਰਜਾ ਹੈ। ਊਰਜਾ ਤੋਂ ਬਿਨਾਂ ਕਿਸੇ ਕੰਮ ਦੇ ਹੋਣ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ। ਸੰਸਾਰ ਦੀ ਹਰ ਵਸਤੂ ਵਿੱਚ ਊਰਜਾ ਦਾ ਕੋਈ ਨਾ ਕੋਈ ਰੂਪ ਹੈ, ਜਿਸ ਦਾ ਰੂਪਾਂਤਰਣ ਹੋਣ 'ਤੇ ਕਾਰਜ ਸੰਭਵ ਹੁੰਦਾ ਹੈ। ਜੋ ਭੋਜਨ ਅਸੀਂ ਖਾਂਦੇ ਹਾਂ, ਉਹ ਸਾਡੀਆਂ ਮਾਸਪੇਸ਼ੀਆਂ ਵਿੱਚ ਊਰਜਾ ਦੇ ਰੂਪ ਵਿੱਚ ਜਮ੍ਹਾਂ ਹੋ ਜਾਂਦਾ ਹੈ। ਪੈਟਰੋਲ, ਡੀਜ਼ਲ, ਗੈਸ, ਪਾਥੀਆਂ, ਕੋਲਾ ਆਦਿ ਹਾਈਡਰੋਕਾਰਬਨ ਬਾਲਣਾਂ ਵਿੱਚ ਰਸਾਇਣਿਕ ਊਰਜਾ ਹੈ, ਜਿਹੜੀ ਬਲਣ ਰੂਪੀ ਕਿਰਿਆ ਵਿੱਚ ਤਾਪ ਊਰਜਾ ਉਤਪੰਨ ਕਰਦੀ ਹੈ ਅਤੇ ਜਿਸ ਦੇ ਅੱਗੋਂ ਯੰਤਰਿਕ ਊਰਜਾ ਵਿੱਚ ਬਦਲਣ ਨਾਲ ਮਸ਼ੀਨਾਂ ਚਲਾਈਆਂ ਜਾਂਦੀਆਂ ਹਨ। ਪਰੰਤੂ ਵੱਧਦੀ ਹੋਈ ਆਬਾਦੀ ਅਤੇ ਉਦਯੋਗੀਕਰਨ ਨੇ ਪ੍ਰਦੂਸ਼ਣ ਰੂਪੀ ਸਮੱਸਿਆ ਦਾ ਵੀ ਵਿਕਰਾਲ ਰੂਪ ਪੇਸ਼ ਕਰ ਦਿੱਤਾ ਹੈ। ਗੱਡੀਆਂ, ਸਾਈਕਲਾਂ, ਪਸ਼ੂਆਂ ਆਦਿ ਦੀ ਮਦਦ ਨਾਲ ਹੋਣ ਵਾਲੀ ਆਵਾਜਾਈ ਦਾ ਸਥਾਨ ਤੇਜ਼ ਚੱਲਣ ਵਾਲੀਆਂ ਗੱਡੀਆਂ, ਕਾਰਾਂ ਨੇ ਲੈ ਲਿਆ ਹੈ। ਬਾਲਣਾਂ ਦੇ ਬਲਣ ਕਾਰਨ ਕਾਰਬਨ ਡਾਈਆਕਸਾਈਡ ਪੈਦਾ ਹੋ ਰਹੀ ਹੈ, ਜਿਸ ਕਾਰਨ ਗਲੋਬਲ ਵਾਰਮਿੰਗ ਭਾਵ ਵਿਸ਼ਵ ਦੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ ਵਾਤਾਵਰਣ ਤਬਦੀਲੀ ਦੇਖੀ ਜਾ ਰਹੀ ਹੈ, ਸਗੋਂ ਧਰੁਵਾਂ ਦੀ ਬਰਫ਼ ਦੇ ਪਿਘਲਣ ਕਾਰਨ ਸਮੁੰਦਰਾਂ ਦੇ ਤਲ ਵਿੱਚ ਵਾਧਾ ਹੋਣ ਕਾਰਨ ਕਈ ਦੀਪ ਜਲ ਸਮਾਧੀ ਲੈ ਰਹੇ ਹਨ ਅਤੇ ਸਮੁੰਦਰ ਦਾ ਪਾਣੀ ਕੰਢਿਆਂ ਨੇੜਲੀ ਜ਼ਮੀਨ ਨੂੰ ਵੀ ਨਿਗਲ ਰਿਹਾ ਹੈ। ਵੱਧਦੀ ਆਬਾਦੀ ਦਾ ਢਿੱਡ ਭਰਨ ਲਈ, ਅਨਾਜ ਦੀ ਪੈਦਾਵਾਰ ਵਧਾਉਣ ਲਈ ਹਾਨੀਕਾਰਕ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਕਾਰਨ ਧਰਤੀ ਦੇ ਸਰੋਤਾਂ ਦਾ ਅਸੀਂ ਨਾਸ ਹੀ ਕਰ ਸੁੱਟਿਆ ਹੈ। ਪੂਰੀ ਦੁਨੀਆ ਦੇ ਬੁੱਧੀਜੀਵੀ ਇਸ ਸਮੇਂ ਟਿਕਾਊ ਵਿਕਾਸ ਦਾ ਨਾਅਰਾ ਦਿੰਦੇ ਹੋਏ ਘੱਟ ਪ੍ਰਦੂਸ਼ਣ ਕਰਨ ਵਾਲੇ ਬਾਲਣ ਸਰੋਤਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਲੱਗ ਪਏ ਹਨ। ਇਸ ਖਤਰੇ ਦੀ ਘੰਟੀ ਨੂੰ ਪਛਾਣ ਕੇ ਵਿਸ਼ਵ ਪੱਧਰ 'ਤੇ ਇੱਕ ਸੰਸਥਾ ਇੰਟਰਨੈਸ਼ਨਲ ਰੀਨਿਊਏਬਲ ਐਨਰਜੀ ਏਜੰਸੀ ਆਇਰੇਨਾ ਕੰਮ ਕਰ ਰਹੀ ਹੈ। ਊਰਜਾ ਪਰਿਵਰਤਨ ਲਈ ਆਇਰੇਨਾ ਇੱਕ ਪ੍ਰਮੁੱਖ ਗਲੋਬਲ ਅੰਤਰ ਸਰਕਾਰੀ ਏਜੰਸੀ ਹੈ, ਜੋ ਊਰਜਾ ਪਰਿਵਰਤਨ ਲਈ ਅੰਤਰਰਾਸ਼ਟਰੀ ਸਹਿਯੋਗ ਲਈ ਪ੍ਰਮੁੱਖ ਪਲੇਟਫਾਰਮ ਵਜੋਂ ਕੰਮ ਕਰਦੀ ਹੈ। ਦੇਸ਼ਾਂ ਨੂੰ ਉਹਨਾਂ ਦੇ ਜਲਵਾਯੂ ਅਤੇ ਸਰੋਤਾਂ ਅਨੁਸਾਰ ਊਰਜਾ ਪਰਿਵਰਤਨ ਵਿੱਚ ਸਹਾਇਤਾ ਕਰਦੀ ਹੈ, ਆਧੁਨਿਕ ਡਾਟਾ ਪ੍ਰਦਾਨ ਕਰਦੀ ਹੈ ਅਤੇ ਟੈਕਨੋਲੋਜੀ, ਨਵੀਨਤਾ ਅਤੇ ਨੀਤੀ 'ਤੇ ਵਿਸ਼ਲੇਸ਼ਣ ਕਰਦੀ ਹੈ। ਇਹ ਸੰਸਥਾ ਦੇਸ਼ ਦੇ ਆਰਥਿਕ ਅਤੇ ਸਮਾਜਿਕ ਲਚਕੀਲੇਪਨ ਅਤੇ ਖੁਸ਼ਹਾਲੀ ਲਈ ਟਿਕਾਊ ਵਿਕਾਸ, ਊਰਜਾ ਪਹੁੰਚ ਅਤੇ ਊਰਜਾ ਸੁਰੱਖਿਆ ਦੀ ਭਾਲ ਵਿੱਚ ਬਾਇਓ ਐਨਰਜੀ, ਭੂ-ਤਾਪ ਊਰਜਾ, ਪਣ ਬਿਜਲੀ, ਸਮੁੰਦਰੀ ਊਰਜਾ, ਸੂਰਜੀ ਅਤੇ ਪੌਣ ਊਰਜਾ ਸਮੇਤ ਨਵਿਆਉਣਯੋਗ ਊਰਜਾ ਦੇ ਸਾਰੇ ਰੂਪਾਂ ਨੂੰ ਵਿਆਪਕ ਅਪਣਾਉਣ ਅਤੇ ਟਿਕਾਊ ਵਰਤੋਂ ਨੂੰ ਉਤਸ਼ਾਹਿਤ ਕਰਦੀ ਹੈ। ਅੰਤਰਰਾਸ਼ਟਰੀ ਨਵਿਆਉਣਯੋਗ ਊਰਜਾ ਏਜੰਸੀ ਆਇਰੇਨਾ ਨੂੰ ਅਧਿਕਾਰਿਕ ਤੌਰ 'ਤੇ ਜਰਮਨ ਦੇ ਸ਼ਹਿਰ ਬੌਨ ਵਿੱਚ 26 ਜਨਵਰੀ 2009 ਨੂੰ ਸਥਾਪਿਤ ਕੀਤਾ ਗਿਆ ਸੀ। ਇਹ ਨਵਿਆਉਣਯੋਗ ਊਰਜਾ ਲਈ ਇੱਕ ਮੀਲ ਦਾ ਪੱਥਰ ਸੀ ਅਤੇ ਇੱਕ ਸਪਸ਼ਟ ਸੰਕੇਤ ਸੀ ਕਿ ਸਰਕਾਰਾਂ ਦੀ ਤੇਜ਼ੀ ਨਾਲ ਪ੍ਰਤੀਬੱਧਤਾ ਦੇ ਕਾਰਨ ਗਲੋਬਲ ਊਰਜਾ ਪੈਰਾਡਾਈਮ ਬਦਲ ਰਿਹਾ ਹੈ। ਵਰਤਮਾਨ ਵਿੱਚ ਇਸ ਸੰਸਥਾ ਆਇਰੇਨਾ ਦੀ
ਮੈਂਬਰਸ਼ਿਪ ਵਿੱਚ 168 ਦੇਸ਼ ਅਤੇ ਯੂਰਪੀਅਨ ਯੂਨੀਅਨ ਸ਼ਾਮਲ ਹਨ। ਇਕੱਠੇ ਮਿਲ ਕੇ ਉਹ ਏਜੰਸੀ ਦੀ ਰਣਨੀਤਿਕ ਦਿਸ਼ਾ ਅਤੇ ਪ੍ਰੋਗਰਾਮੈਟਿਕ ਗਤੀਵਿਧੀਆਂ ਬਾਰੇ ਫੈਸਲਾ ਕਰਦੇ ਹਨ। ਵਿਸ਼ਵ ਭਰ ਵਿੱਚ ਨਵਿਆਉਣਯੋਗ ਆਧਾਰਿਤ ਊਰਜਾ ਤਬਦੀਲੀਆਂ ਦੀ ਤੈਨਾਤੀ ਨੂੰ ਤੇਜ਼ ਕਰਨ ਲਈ ਵਿਸ਼ਵ ਊਰਜਾ ਭਾਸ਼ਣ ਅਤੇ ਤਰਜੀਹਾਂ ਦੇ ਅਨੁਸਾਰ ਆਇਰੇਨਾ ਇੱਕ ਸਪਸ਼ਟ ਅਤੇ ਸੁਤੰਤਰ ਸਥਿਤੀ ਨੂੰ ਕਾਇਮ ਰੱਖਦਾ ਹੈ ਅਤੇ ਇੱਕ ਕੇਂਦਰੀ ਹੱਬ ਦੇ ਆਲੇ ਦੁਆਲੇ ਮੌਜੂਦਾ ਗਤੀਵਿਧੀਆਂ ਅਤੇ ਜਾਣਕਾਰੀ ਨੂੰ ਇਕੱਠਾ ਕਰਨ, ਭਰੋਸੇਮੰਦ ਪਹੁੰਚਯੋਗ ਸੇਵਾਵਾਂ ਦੀ ਇੱਕ ਸੀਮਾ ਪ੍ਰਦਾਨ ਕਰਦਾ ਹੈ। ਅੰਤਰਰਾਸ਼ਟਰੀ ਨਵਿਆਉਣਯੋਗ ਊਰਜਾ ਭਾਈਚਾਰਾ ਵਿਸ਼ਾਲ, ਸਾਧਨ ਭਰਪੂਰ ਅਤੇ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ। ਆਇਰੇਨਾ ਦੀ ਭੂਮਿਕਾ ਲਈ ਤਾਲਮੇਲ ਦੀ ਖੋਜ ਕਰਨਾ, ਸਥਾਪਿਤ ਕਰਨਾ ਅਤੇ ਵਿਕਸਿਤ ਕਰਨਾ, ਗੱਲਬਾਤ ਦੀ ਸਹੂਲਤ ਦੇਣਾ, ਵਧੀਆ ਅਭਿਆਸਾਂ ਨੂੰ ਸਾਂਝਾ ਕਰਨਾ, ਸਮਰੱਥ ਨੀਤੀਆਂ ਨੂੰ ਉਤਸ਼ਾਹਿਤ ਕਰਨਾ, ਸਮਰੱਥਾ ਦਾ ਨਿਰਮਾਣ ਕਰਨਾ ਅਤੇ ਗਲੋਬਲ, ਖੇਤਰੀ ਅਤੇ ਰਾਸ਼ਟਰੀ ਪੱਧਰ 'ਤੇ ਸਹਿਯੋਗ ਨੂੰ ਵਧਾਉਣਾ ਹੈ। ਆਇਰੇਨਾ ਨਿਵੇਸ਼ ਦੇ ਪ੍ਰਵਾਹ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਟੈਕਨੋਲੋਜੀ ਅਤੇ ਨਵੀਨਤਾ ਨੂੰ ਮਜ਼ਬੂਤ ਕਰਨ ਲਈ ਕੰਮ ਕਰਦਾ ਹੈ। ਵਿਭਿੰਨ ਹਿੱਸੇਦਾਰਾਂ ਦੁਆਰਾ ਇਨ੍ਹਾਂ ਸਾਂਝੇ ਟੀਚਿਆਂ ਵਿੱਚ ਯੋਗਦਾਨ ਪਾਇਆ ਜਾਂਦਾ ਹੈ। ਸਮਾਵੇਸ਼ੀ ਸਹਿਯੋਗ ਲਈ ਇੱਕ ਗਲੋਬਲ ਪਲੇਟਫਾਰਮ ਦੇ ਰੂਪ ਵਿੱਚ ਆਇਰੇਨਾ ਇਨ੍ਹਾਂ ਵੱਖ-ਵੱਖ ਹਲਕਿਆਂ ਨੂੰ ਇਕੱਠੇ ਕਰਨ ਲਈ ਵਿਲੱਖਣ ਤੌਰ 'ਤੇ ਸਥਿਤੀ ਵਿੱਚ ਹੈ। ਇਹ ਇੱਕ ਟਿਕਾਊ ਭਵਿੱਖ ਦੀ ਸੁਰੱਖਿਆ ਦੇ ਅੰਤਮ ਟੀਚੇ ਦੇ ਨਾਲ ਨਵਿਆਉਣਯੋਗ ਊਰਜਾ ਦੀ ਵਿਆਪਕ ਗੋਦ ਲੈਣ ਅਤੇ ਵਰਤੋਂ ਨੂੰ ਅੱਗੇ ਵਧਾਉਣ ਲਈ ਸੰਯੋਜਕ ਪਲੇਟਫਾਰਮ ਵਜੋਂ ਕੰਮ ਕਰਦਾ ਹੈ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਭਾਰਤ ਵੱਲੋਂ 9 ਤੋਂ 10 ਸਤੰਬਰ 2023 ਨੂੰ ਦਿੱਲੀ ਵਿੱਚ G20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਗਈ ਹੈ। ਵਿਸ਼ਵ ਕੁਟੰਬਕਮ ਭਾਵ ਪੂਰਾ ਵਿਸ਼ਵ ਇੱਕ ਪਰਿਵਾਰ ਹੈ ਵਿਸ਼ੇ ਵਾਲੇ ਇਸ ਸਿਖਰ ਸੰਮੇਲਨ ਵਿੱਚ ਵਿਸ਼ਵ ਦੀ ਬਿਹਤਰੀ ਲਈ ਕਈ ਪ੍ਰਸਤਾਵ ਪਾਰਿਤ ਕੀਤੇ ਗਏ, ਪਰੰਤੂ ਸਾਡੇ ਇਸ ਲੈਕਚਰ ਲਈ ਤਾਂ ਇਹ ਪ੍ਰਸਤਾਵ ਮਹੱਤਵਪੂਰਨ ਹੈ ਕਿ ਜੈਵ ਬਾਲਣ ਅਪਣਾਉਣ ਲਈ ਸਰਕਾਰਾਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਉਦਯੋਗਾਂ ਦਾ ਗਠਬੰਧਨ ਬਣਾਇਆ ਜਾਵੇ ਅਤੇ 2020 ਤੱਕ ਵਿਸ਼ਵ ਜੈਵ ਬਾਲਣ ਦੀ ਧਾਰਿਤਾ ਭਾਵ ਕੈਪੈਸਿਟੀ 3.5 ਤੋਂ 5 ਗੁਣਾ ਤੱਕ ਵਧਾਈ ਜਾਵੇ। ਅੰਤਰਰਾਸ਼ਟਰੀ ਸੰਗਠਨ ਜਿਨ੍ਹਾਂ ਵਿੱਚ ਵਿਸ਼ਵ ਬੈਂਕ, ਏਸ਼ੀਆਈ ਵਿਕਾਸ ਬੈਂਕ, ਵਿਸ਼ਵ ਆਰਥਿਕ ਮੰਚ, ਵਿਸ਼ਵ LPG ਸੰਗਠਨ, ਸੰਯੁਕਤ ਰਾਸ਼ਟਰ ਸਭ ਲਈ ਊਰਜਾ, ਬਾਇਓ ਫਿਊਚਰਜ਼ ਪਲੇਟਫਾਰਮ, ਅੰਤਰਰਾਸ਼ਟਰੀ ਨਾਗਰਿਕ ਉਡਾਇਨ ਸੰਗਠਨ, ਅੰਤਰਰਾਸ਼ਟਰੀ ਊਰਜਾ ਏਜੰਸੀ, ਅੰਤਰਰਾਸ਼ਟਰੀ ਊਰਜਾ ਮੰਚ, ਅੰਤਰਰਾਸ਼ਟਰੀ ਨਵੀਕਰਣੀ ਊਰਜਾ ਏਜੰਸੀ ਅਤੇ ਵਿਸ਼ਵ ਬਾਇਓਗੈਸ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਇਸ ਟੀਚੇ ਦੀ ਪ੍ਰਾਪਤੀ ਨਾਲ 2030 ਤੱਕ 7 ਅਰਬ ਟਨ ਕਾਰਬਨ ਡਾਈਆਕਸਾਈਡ ਦੇ ਉਤਸਰਜਨ ਤੋਂ ਬਚਿਆ ਜਾ ਸਕਦਾ ਹੈ ਅਤੇ ਇਹ ਗਲੋਬਲ ਵਾਰਮਿੰਗ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਲਈ ਵਿਸ਼ਵ ਕੋਸ਼ਿਸ਼ਾਂ ਦੇ ਅਨੁਰੂਪ ਹੈ। ਗੱਡੀਆਂ ਦੇ ਇੰਜਣ ਵਿੱਚ ਬਦਲਾਵ ਲਈ ਕੰਪਨੀਆਂ ਦੇ ਇੰਜੀਨੀਅਰ ਪੂਰੇ ਸਮਰਪਿਤ ਭਾਵ ਨਾਲ ਕੰਮ ਕਰ ਰਹੇ ਹਨ। ਇੱਥੇ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਬਾਇਓਗੈਸ ਐਸੋਸੀਏਸ਼ਨ ਦੇ ਮੈਂਬਰ ਦੇਸ਼ ਜੈਵ ਬਾਲਣ ਦੇ ਉਤਪਾਦਕ ਅਤੇ ਉਪਭੋਗਤਾ ਹਨ। ਐਥੇਨਾਲ ਦੇ ਉਤਪਾਦਨ ਵਿੱਚ ਅਮਰੀਕਾ ਵੱਲੋਂ 52%, ਬ੍ਰਾਜ਼ੀਲ 30% ਅਤੇ ਭਾਰਤ ਵੱਲੋਂ 3% ਦੇ ਨਾਲ ਲਗਭਗ 85% ਯੋਗਦਾਨ ਦੇ ਨਾਲ ਇਹਨਾਂ ਦੇਸ਼ਾਂ ਵਿੱਚ 81% ਖਪਤ ਵੀ ਹੁੰਦੀ ਹੈ। ਭਾਰਤ ਸਰਕਾਰ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ 1 ਅਪ੍ਰੈਲ 2023 ਤੋਂ ਵਾਹਨਾਂ ਦੇ ਇੰਜਨ ਵਿੱਚ ਤਬਦੀਲੀ ਤਹਿਤ BS6 ਫੇਜ਼ 2
ਟੈਕਨੋਲੋਜੀ ਤਹਿਤ ਇੰਜਨਾਂ ਦੇ ਤਕਨੀਕੀ ਰੂਪ ਵਿੱਚ ਬਦਲਾਵ ਕਰਕੇ E20 ਮਾਡਲ ਪੇਸ਼ ਕੀਤਾ ਗਿਆ ਹੈ, ਜਿਸ ਤਹਿਤ ਪੈਟਰੋਲ 80% ਅਤੇ ਐਥੇਨਾਲ 20% ਦੀ ਖਪਤ ਹੋਵੇਗੀ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਨਾਲ ਪੈਟਰੋਲ ਦੀ ਖਪਤ ਘਟੇਗੀ ਅਤੇ ਬਾਇਓ ਬਾਲਣ ਐਥੇਨਾਲ ਦੀ ਖਪਤ ਵਧੇਗੀ, ਜਿਸ ਨਾਲ ਪ੍ਰਦੂਸ਼ਣ ਵਿੱਚ ਕਮੀ ਆਵੇਗੀ। ਭਾਵ ਸਵੱਛ ਊਰਜਾ ਦੇ ਉਪਯੋਗ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ। ਸਵੱਛ ਊਰਜਾ ਦਾ ਆਯਾਮ ਵਧਾਉਂਦੇ ਹੋਏ ਪੰਜਾਬ ਸਰਕਾਰ ਦੇ ਯਤਨਾਂ ਵਜੋਂ ਕੁਝ ਮਹੀਨੇ ਪਹਿਲਾਂ ਹੀ ਸਤਲੁਜ ਜਲ ਵਿਦਯੁਤ ਨਿਗਮ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਰਮਿਆਨ ਸਮਝੌਤੇ ਤਹਿਤ ਪੰਜਾਬ ਦੇ ਉਪਭੋਗਤਾਵਾਂ ਲਈ ਸੋਲਰ ਊਰਜਾ ਤੋਂ ਪ੍ਰਾਪਤ 1200 ਮੈਗਾਵਾਟ ਬਿਜਲੀ ਊਰਜਾ ਭਵਿੱਖ ਦੇ ਕਾਫੀ ਲੰਮੇ ਸਮੇਂ ਲਈ ਬਹੁਤ ਹੀ ਘੱਟ ਮੁੱਲ 'ਤੇ ਮਿਲੇਗੀ। ਸਾਡੇ ਲਈ ਇੱਥੇ ਮੁੱਲ ਨਾਲੋਂ ਵੀ ਮੁੱਲਵਾਨ ਸੂਰਜੀ ਭਾਵ ਸਵੱਛ ਊਰਜਾ ਦਾ ਮੁੱਦਾ ਹੈ। ਸਵੱਛ ਊਰਜਾ ਦਾ ਝੰਡਾ ਚੁੱਕ ਕੇ ਭਵਿੱਖ ਦਾ ਰਸਤਾ ਤੈਅ ਕਰਨ ਵਾਲੇ ਸਾਡੇ ਦੋ ਮੁਸਾਫਿਰ ਹਾਈਡਰੋਜਨ ਬਾਲਣ ਅਤੇ ਬਿਜਲੀ ਭਾਵ ਬੈਟਰੀ ਤੋਂ ਪ੍ਰਾਪਤ ਊਰਜਾ ਨਾਲ ਚੱਲਣ ਵਾਲੀਆਂ ਸਾਡੀਆਂ ਮਸ਼ੀਨਾਂ ਜਾਂ ਵਾਹਨ ਹਨ। ਹਾਈਡਰੋਜਨ ਧਰਤੀ ਉੱਤੇ ਸਭ ਤੋਂ ਵੱਧ ਭਰਪੂਰ ਤੱਤ ਇੱਕ ਸ਼ਕਤੀਸ਼ਾਲੀ ਸਾਫ਼ ਊਰਜਾ ਕੈਰੀਅਰ ਹੈ। ਜਦੋਂ ਇੱਕ ਹਾਈਡਰੋਜਨ ਫਿਊਲ ਸੈੱਲ ਵਿੱਚ ਵਰਤਿਆ ਜਾਂਦਾ ਹੈ, ਬਹੁਤ ਕੁਸ਼ਲ ਅਤੇ ਲਚਕਦਾਰ ਸਿਰਫ ਬਿਜਲੀ, ਗਰਮੀ ਅਤੇ ਪਾਣੀ ਦਾ ਨਿਕਾਸ ਕਰਦਾ ਹੈ। ਸਵੱਛ ਊਰਜਾ ਪ੍ਰਾਪਤੀ ਲਈ ਗ੍ਰੀਨ ਹਾਈਡਰੋਜਨ ਰੂਪ ਸਭ ਤੋਂ ਉੱਤਮ ਬਾਲਣ ਹੈ। ਇਸ ਬਾਲਣ ਦੇ ਸੁਰੱਖਿਅਤ ਉਪਯੋਗ ਲਈ ਬਹੁਤ ਤੇਜ਼ੀ ਨਾਲ ਖੋਜ ਕਾਰਜ ਚੱਲ ਰਿਹਾ ਹੈ। ਦਿੱਲੀ ਸ਼ਹਿਰ ਅਕਸਰ ਪ੍ਰਦੂਸ਼ਣ ਲਈ ਅਖਬਾਰਾਂ ਅਤੇ ਟੀਵੀ ਚੈਨਲਾਂ 'ਤੇ ਛਾਇਆ ਰਿਹਾ ਹੈ। ਬਾਲਣਾਂ ਦੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਬਿਮਾਰੀਆਂ ਦੀ ਚਪੇਟ ਤੋਂ ਬਚਾਉਣ ਲਈ ਔਡ ਈਵਨ ਦੇ ਸੂਤਰ ਦੇ ਨਾਲ ਬੈਟਰੀ ਨਾਲ ਚੱਲਣ ਵਾਲੇ ਆਟੋ ਅਤੇ ਬੱਸਾਂ ਨੂੰ ਉਤਸ਼ਾਹਿਤ ਕਰਨਾ ਸ਼ਾਮਿਲ ਹੈ। ਬੈਟਰੀ ਵਾਲੇ ਵਾਹਨਾਂ ਲਈ ਜਿੱਥੇ ਸਬਸਿਡੀ ਦਿੱਤੀ ਜਾਂਦੀ ਹੈ, ਉੱਥੇ ਆਮਦਨ ਕਰ ਵਿੱਚ ਵੀ ਛੋਟ ਦਿੱਤੀ ਜਾ ਰਹੀ ਹੈ। ਪ੍ਰਦੂਸ਼ਣ ਦਾ ਵੱਡਾ ਕਾਰਨ ਡੀਜ਼ਲ ਨਾਲ ਚੱਲਣ ਵਾਲੇ ਟਰੱਕਾਂ ਦੀ ਐਂਟਰੀ 'ਤੇ ਵੀ ਪਾਬੰਦੀ ਲਾਈ ਜਾਂਦੀ ਰਹੀ। ਕਲੀਨ ਐਨਰਜੀ। ਤੁਸੀਂ ਇਸ ਵਿਸ਼ੇ ਤੇ ਸੁਣ ਰਹੇ ਸੀ ਹਰਜਿੰਦਰ ਗੋਗਨਾ ਹੋਰਾਂ ਦੀ ਵਾਰਤਾ। ਇਸ ਨਾਲ ਹੀ ਗਿਆਨ ਵਿਗਿਆਨ ਦਾ ਅੰਕ ਹੁਣ ਸਮਾਪਤ ਹੋਇਆ। ਆਗਿਆ ਚਾਹਾਂਗੇ। ਪੇਸ਼ਕਸ਼ ਅਮਨਦੇਵ ਜੋਸ਼ੀ।